ਬਾਈ ਇਲੈਕਸ਼ਨ ਦੇ ਰਿਜ਼ਲਟ ਆ ਗਏ ਆ। ਸਭ ਤੋਂ ਪਹਿਲਾਂ ਤੇ ਸੰਗਰੂਰ ਦੇ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਆ, ਅਸੀਂ ਉਹਦਾ ਸਤਿਕਾਰ ਕਰਦੇ ਹਾਂ ਔਰ ਉਹਨਾਂ ਦਾ ਦਿੱਤਾ ਹੋਇਆ ਫਤਵਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਸਿਰ ਮੱਥੇ ਆ। ਬੜੀ ਹੱਥ ਜੋੜ ਕੇ ਸੰਗਰੂਰ ਦੇ ਲੋਕਾਂ ਦਾ ਜਿਹੜਾ ਵੀ ਉਹਨਾਂ ਨੇ ਨਿਰਣੇ ਲਿਆ, ਇੱਕ ਡੈਮੋਕ੍ਰੇਸੀ 'ਚ ਲੋਕਾਂ ਦੀ ਜਿਹੜੀ ਵੋਟ ਦਾ ਜਿਹੜਾ ਕਰਨ ਦਾ ਤਰੀਕਾ ਆ, ਉਸ ਭਾਵਨਾ ਦੀ ਕਦਰ ਕਰਦੇ ਹੋਏ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਉਹਨਾਂ ਨੂੰ ਵੀ ਨਾਲ ਦੀ ਨਾਲ ਬਹੁਤ ਵਧਾਈਆਂ ਵੀ ਦਿੰਦੇ। ਦੇਖੋ, ਇਲੈਕਸ਼ਨ ਹਾਰ ਜਿੱਤ ਇੱਕ ਪਾਰਟ ਆਫ ਪੋਲੀਟਿਕਸ ਹੈ। ਹਾਲਾਂਕਿ ਇਸ ਵਾਰ ਜਿਹੜਾ ਇਲੈਕਸ਼ਨ 'ਚ ਵੋਟਿੰਗ ਪਰਸੈਂਟੇਜ ਸੀਗਾ ਸੰਗਰੂਰ ਦੇ ਇਲੈਕਸ਼ਨ 'ਚ ਤਕਰੀਬਨ 26% ਵੋਟ ਘੱਟ ਪੋਲ ਹੋਈ ਆ ਪਿਛਲੇ ਵਿਧਾਨ ਸਭਾ ਨਾਲੋਂ। ਔਰ ਆਮ ਆਦਮੀ ਪਾਰਟੀ ਨੂੰ 2019 'ਚ ਜਿਹੜਾ ਵੋਟ ਪਰਸੈਂਟ ਰਿਹਾ, ਟੋਟਲ ਪੋਲ ਹੋਇਆ ਸੀ ਆਮ ਆਦਮੀ ਪਾਰਟੀ ਨੂੰ 2019 ਜਦੋਂ ਮਾਨ ਸਾਹਿਬ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਦੇ ਆ, ਉਦੋਂ 37% ਵੋਟ ਆਮ ਆਦਮੀ ਪਾਰਟੀ ਨੂੰ ਮਿਲੇ ਸੀ। ਔਰ ਇਸ ਵਾਰ ਇਲੈਕਸ਼ਨ 'ਚ ਤਕਰੀਬਨ 35% ਵੋਟ ਆਮ ਆਦਮੀ ਪਾਰਟੀ ਨੂੰ ਮਿਲੇ ਆ। ਹਾਲਾਂਕਿ ਆਲ ਓਵਰ ਜਿਹੜਾ ਵੋਟ ਪਰਸੈਂਟ ਬਹੁਤ ਘਟਿਆ। ਉਹਦੇ ਕਈ ਕਾਰਨ ਹੈ, ਚਾਹੇ ਉਹ ਪੈਡੀ ਸੀਜ਼ਨ ਦੀ ਗੱਲ ਹੈ, ਜੂਨ ਦੀ ਛੁੱਟੀਆਂ ਦੀ ਗੱਲ ਹੈ, ਔਰ ਉਹ ਸਾਰੀਆਂ ਗੱਲਾਂ ਤੇ ਆਪਣੇ ਸਾਹਮਣੇ ਹੀ ਹੈ। ਲੇਕਿਨ ਇਹ ਪਹਿਲੀ ਵਾਰ ਵੀ ਨਹੀਂ ਹੋਇਆ। 2014 'ਚ ਅਸੀਂ ਦਿੱਲੀ 'ਚ ਲੋਕ ਸਭਾ ਦਾ ਇਲੈਕਸ਼ਨ ਹਾਰਦੇ ਆ ਔਰ 15 'ਚ ਵਿਧਾਨ ਸਭਾ ਬੜੀ ਵੱਡੀ ਮੈਜੋਰਿਟੀ ਨਾਲ ਆਮ ਆਦਮੀ ਪਾਰਟੀ ਜਿੱਤਦੀ ਹੈ। 2014 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਪੰਜਾਬ ਸਰਕਾਰ ਸੀ ਤੇ ਆਮ ਆਦਮੀ ਪਾਰਟੀ 4 ਮੈਂਬਰ ਪਾਰਲੀਮੈਂਟ ਜਿੱਤਦੇ ਆ। 2019 'ਚ ਅਸੀਂ ਲੋਕ ਸਭਾ ਦਾ ਇਲੈਕਸ਼ਨ ਦਿੱਲੀ 'ਚ ਹਾਰ ਗਏ, 20 'ਚ ਫਿਰ ਜਿੱਤ ਗਏ ਵਿਧਾਨ ਸਭਾ ਵੱਡੀ ਮੈਜੋਰਿਟੀ ਨਾਲ। ਲੇਕਿਨ 2019 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਤੇ ਸੰਗਰੂਰ ਇਲੈਕਸ਼ਨ ਮਾਨ ਸਾਹਿਬ ਦੀ ਅਗਵਾਈ 'ਚ ਅਸੀਂ ਜਿੱਤਿਆ ਸੀ। ਸੋ ਇਹ ਉਤਾਰ ਚੜਾਵ ਜਿਹੜਾ ਹੈ ਰਾਜਨੀਤੀ ਦਾ ਪਾਰਟ ਹੈ ਔਰ ਹੁੰਦੇ ਰਹਿੰਦੇ ਆ। ਲੇਕਿਨ ਜਿਹੜੀਆਂ ਰਵਾਇਤੀ ਪਾਰਟੀਆਂ ਆ, ਜਿਹੜੀਆਂ 100 ਸਾਲ ਤੋਂ ਪੁਰਾਣੀਆਂ ਪਾਰਟੀਆਂ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਨੂੰ ਪਿਛਲੇ ਲੋਕ ਸਭਾ ਇਲੈਕਸ਼ਨ 'ਚ ਜਿਹੜਾ ਵੋਟ 26% ਦੇ ਕਰੀਬ ਵੋਟ ਮਿਲਿਆ ਸੀ, ਉਹ 11% ਤੇ ਰਹਿ ਗਿਆ। ਔਰ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਇਸ ਵਾਰ ਫੇਰ। ਸਾਡਾ ਨੋ ਡਾਊਟ 2% ਵੋਟ ਘਟਿਆ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਕਰ ਰਹੀਆਂ ਪੰਜਾਬ 'ਚ ਪਾਰਟੀਆਂ, ਜਿਨ੍ਹਾਂ ਨੇ ਕਈ ਸਾਲ ਰਾਜ ਕੀਤਾ ਹੈ, ਚਾਹੇ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਈਵਨ ਕਾਂਗਰਸ ਵੀ 100 ਸਾਲ ਤੋਂ ਪੁਰਾਣੀ ਹੈ, ਔਰ ਬੀਜੇਪੀ, ਚਲੋ ਬੀਜੇਪੀ ਦਾ ਬਹੁਤ ਵੱਡਾ ਕੋਈ ਆਧਾਰ ਹੈ ਨਹੀਂ, ਤਿੰਨਾਂ ਨੂੰ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਈਆਂ। ਔਰ ਜਿੱਥੇ ਕਾਂਗਰਸ ਨੂੰ 2019 'ਚ 3 ਲੱਖ ਦੇ ਕਰੀਬ ਵੋਟ ਮਿਲੇ ਆ ਤੇ ਹੁਣ 80,000 ਦੇ ਲਾਗੇ ਛਾਗੇ ਰਹਿ ਗਏ। ਅਕਾਲੀ ਦਲ ਨੂੰ 2,60,000 ਵੋਟ ਮਿਲੇ ਸੀ ਤੇ ਉਹ ਜਿਹੜੇ ਆ 50,000 ਤੋਂ ਥੱਲੇ ਖਿਸਕ ਗਏ। ਸੋ ਆਲ ਓਵਰ ਸਿਨੈਰੀਓ ਜਿਹੜਾ ਆ, ਜਿਹੜੀਆਂ ਪੋਲੀਟੀਕਲ ਆਰਗੇਨਾਈਜੇਸ਼ਨ ਜਾਂ ਪਾਰਟੀਆਂ ਨਾਲ ਸਾਡਾ ਕੰਪੀਟੀਸ਼ਨ ਹੈ, ਉਹਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਬਿਹਤਰ ਸਥਿਤੀ 'ਚ ਲੋਕਾਂ ਦਾ ਦਿਲ ਜਿੱਤਿਆ। ਲੇਕਿਨ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਜਿਹੜੀ ਹਾਰ ਹੋਊਗੀ ਇਹਨੂੰ ਲੈ ਕੇ ਵੀ ਪਾਰਟੀ ਜਿਹੜੀ ਆ ਉਹ ਪ੍ਰੋਪਰ ਇੱਕ ਸਮੀਖਿਆ, ਜਿੱਤੀਏ ਜਾਂ ਹਾਰੀਏ, ਰਾਜਨੀਤਿਕ ਜ਼ਿੰਮੇਵਾਰੀ ਪਾਰਟੀ ਹੋਣ ਦੇ ਨਾਤੇ ਅਸੀਂ ਜਿਹੜਾ ਹੈ ਪੂਰੀ ਸਮੀਖਿਆ ਵੀ ਕਰਾਂਗੇ। ਲੇਕਿਨ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ 'ਚ ਲੋਕ ਹਿਤੈਸ਼ੀ ਜਿਹੜੇ ਫੈਸਲੇ, ਚਾਹੇ ਸਰਕਾਰੀ ਜ਼ਮੀਨਾਂ ਛਡਾਉਣ ਦੀ ਗੱਲ ਹੈ, ਚਾਹੇ ਕਰਪਸ਼ਨ ਦੇ ਖਿਲਾਫ ਜਿਹੜੀ ਵੱਡੀ ਮੁਹਿੰਮ ਪਹਿਲੀ ਵਾਰ ਬੜੇ ਵੱਡੇ ਸਤਰ ਤੇ ਚਲਾ ਰੱਖੀ ਹੈ, ਔਰ ਰੋਜ਼ਗਾਰ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ, ਔਰ ਕੱਲ੍ਹ ਨੂੰ ਬਜਟ ਵੀ ਪੇਸ਼ ਕਰ ਰਹੇ ਆ ਮਾਨਯੋਗ ਸਾਡੇ ਫਾਈਨੈਂਸ ਮਿਨਿਸਟਰ। ਸੋ ਪੰਜਾਬ ਦੇ ਲੋਕਾਂ ਦੇ ਹਿੱਤ ਵਾਸਤੇ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਚੰਗੇ ਫੈਸਲੇ ਲੈਂਦੀ ਰਹੂਗੀ। ਔਰ ਇਸ ਜਿਹੜਾ ਰਿਜ਼ਲਟ ਦਾ ਜਿਹੜਾ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹਦਾ ਸਨਮਾਨ ਕਰਦੇ ਆ, ਮਾਨ ਸਾਹਿਬ ਨੂੰ ਵਧਾਈ ਦਿੰਦੇ ਆ। ਔਰ ਆਉਣ ਵਾਲੇ ਟਾਈਮ 'ਚ ਵੀ ਜਿਹੜੀਆਂ ਕੋਈ ਕਮੀਆਂ ਰਹੀਆਂ ਉਹਦੀ ਜ਼ਰੂਰ ਪਾਰਟੀ ਸਮੀਖਿਆ ਕਰੂਗੀ ਔਰ ਉਹਨੂੰ ਬਿਹਤਰ ਕਰਨ ਦੀ ਜਿਹੜਾ ਪ੍ਰयास ਕਰੂਗੀ। ਸੋ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ। ਸੋ ਬਹੁਤ ਬਹੁਤ ਧੰਨਵਾਦ।
कारण ਕੀ ਮੰਨਦੇ ਹੋ ਵੈਸੇ, ਕਿਉਂਕਿ ਲੋਕ ਸਭਾ ਤੋਂ 8 ਸਾਲ ਬਾਅਦ ਆਮ ਆਦਮੀ ਪਾਰਟੀ ਬਾਹਰ ਹੋਈ ਹੈ ਔਰ 3 ਮਹੀਨੇ ਨਹੀਂ ਹੋਏ ਹੈ ਸਰਕਾਰ ਬਣੀ ਨੂੰ, ਇਸ ਨੂੰ ਐਵੇਂ ਵੀ ਦੇਖਿਆ ਜਾ ਰਿਹਾ ਕਿ ਰਿਪੋਰਟ ਕਾਰਡ 100 ਦਿਨਾਂ ਦਾ ਲੋਕਾਂ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ। ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਆ ਵੀ ਇਲੈਕਸ਼ਨ 'ਚ ਹਾਰ ਜਿੱਤ ਇੱਕ ਪ੍ਰਕਿਰਿਆ ਦਾ ਹਿੱਸਾ ਆ। ਔਰ ਮੈਂ ਦੱਸਿਆ 2014 'ਚ ਅਕਾਲੀ ਦਲ ਬੀਜੇਪੀ ਸਰਕਾਰ ਸੀ, ਆਮ ਆਦਮੀ ਪਾਰਟੀ ਜਿੱਤੀ। 2019 'ਚ ਕਾਂਗਰਸ ਸਰਕਾਰ ਸੀ, ਸੰਗਰੂਰ ਆਮ ਆਦਮੀ ਪਾਰਟੀ ਨੇ ਜਿੱਤਿਆ। ਲੇਕਿਨ ਇਹਦਾ ਮਤਲਬ ਇਹ ਨਹੀਂ ਗਾ, ਕਈ ਵਾਰ ਕੀ ਲੋਕ ਸਭਾ ਦੇ ਬਾਰੇ ਔਰ ਵਿਧਾਨ ਸਭਾ ਬਾਰੇ ਲੋਕਾਂ ਦਾ ਕੀ ਨਜ਼ਰੀਆ ਹੈ ਸੋਚਣ ਦਾ, ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਸਟੱਡੀ ਮੰਗਦੀਆਂ। ਨੋ ਡਾਊਟ ਅਸੀਂ ਉਸ ਲੋਕਾਂ ਦੇ ਫਤਵੇ ਦਾ ਸਨਮਾਨ ਕਰਦੇ ਹਾਂ, ਲੇਕਿਨ ਜਿਹੜੇ ਇਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਦਿਨਾਂ 'ਚ ਫੈਸਲੇ ਲਏ ਆ, ਉਹਦੇ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ। ਚਾਹੇ ਕਰਪਸ਼ਨ ਨੂੰ ਲੈ ਕੇ ਲਏ ਆ, ਪੰਜਾਬ ਦੇ ਸਰਮਾਏ ਨੂੰ ਲੁੱਟ ਖਸੁੱਟ ਨੂੰ ਬੰਦ ਕਰਨ ਦੇ ਲਏ ਆ, ਔਰ ਆਰਥਿਕ ਨੀਤੀ ਵੀ ਕੱਲ੍ਹ ਨੂੰ ਬੜੀ ਸਪਸ਼ਟਤਾ ਨਾਲ ਜਿਹੜੀ ਆ ਵਿਧਾਨ ਸਭਾ ਦੇ ਜਿਹੜੇ ਹਾਊਸ ਰੱਖੀ ਜਾਊਗੀ। ਸੋ ਨੋ ਡਾਊਟ ਸਮੀਖਿਆ ਵੀ ਪਾਰਟੀ ਕਰੂਗੀ। 3 ਮਹੀਨਿਆਂ ਦੇ ਵਿੱਚ ਜਿਹੜੇ ਮਾਰਜਨ ਵਿਧਾਨ ਸਭਾ ਚੋਣਾਂ 'ਚ 45,000 40,000 50,000 ਰਹੇ ਆ, ਉਹ 3 ਮਹੀਨਿਆਂ 'ਚ ਘੱਟ ਕੇ ਹੁਣ ਸਿਮਰਜੀਤ ਮਾਨ ਨਾਲ ਵੱਧ ਗਏ, ਕੋਈ 7,000 ਵੱਧ ਰਿਹਾ, ਕਦੋਂ 3 ਬਾਅਦ ਖਾਸ ਤੌਰ ਮੈਂ ਕਾਂਗਰਸ ਨੂੰ ਪਿਛਲੀ ਵਾਰ 2-3 ਲੱਖ ਦੇ ਕਰੀਬ ਵੋਟ ਪਈ ਲੋਕ ਸਭਾ 'ਚ, ਉਹਨਾਂ ਦੀ ਵੋਟ ਰਹਿ ਗਈ 80,000 ਦੇ ਕਰੀਬਨ। ਅਕਾਲੀ ਦਲ ਨੂੰ 2,60,000 ਪਈ ਸੀ, ਉਹਨਾਂ ਦੀ 50,000 ਤੋਂ ਥੱਲੇ ਰਹਿ ਗਈ। ਸੋ ਵੋਟ ਸ਼ਿਫਟ ਤੇ ਹੋਈ ਹੈ ਅਕਾਲੀ ਦਲ ਕਾਂਗਰਸ ਦੀ, ਲੇਕਿਨ ਸਾਡਾ ਔਰ 26% ਦੇ ਕਰੀਬ ਵੋਟ ਪਰਸੈਂਟ ਜਿਹੜਾ ਹੈ ਟੋਟਲ ਵੋਟ ਜਿਹੜੀ ਵੋਟਿੰਗ ਜਿਹੜੀ ਆ ਉਹ ਵੀ ਘਟੀ ਹੈ ਇਸ ਵਾਰ। ਸੋ ਇਹ ਸਾਰੇ ਕਈ ਕਾਰਨ ਹੈ। ਲੋਕਾਂ ਦੀ ਨਾਰਾਜ਼ਗੀ ਤੁਹਾਨੂੰ ਜੇ ਮੈਂ ਕਹਿੰਦਾ ਦੇਖੋ, ਇੱਕ ਰਾਜਨੀਤਿਕ ਜਿਹੜੀ ਜ਼ਿੰਮੇਵਾਰ ਪਾਰਟੀ ਆ ਉਹ ਸਾਰੀਆਂ ਚੀਜ਼ਾਂ ਦੀ ਗਹਿਰਾਈ ਨਾਲ ਪੜਤਾਲ ਔਰ ਸਮੀਖਿਆ ਕਰਦੀ ਹੈ। ਅਸੀਂ ਵੀ ਕਰਾਂਗੇ। ਅੱਜ ਤੇ ਰਿਜ਼ਲਟ ਹੁਣ ਆਏ ਆ, ਮੈਂ ਇਹਦੇ ਤੇ ਕੋਈ ਕਮੈਂਟ ਕਰਦਾ ਕੋਈ ਜਲਦਬਾਜ਼ੀ 'ਚ ਹੋਊਗਾ, ਪਰ ਹਾਂ ਜਿੱਥੇ ਕੋਈ ਕਮੀ ਐਸੀ ਰਹੀ ਵੀ ਹੋਊਗੀ ਜਾਂ ਉਹ 'ਚ ਜਿਹੜੀ ਸੰਭਾਵਨਾ ਹੋਊਗੀ ਹੋਰ ਬਿਹਤਰ ਕਰਨ ਦੀ, ਤਾਂ ਡੈਫੀਨੇਟਲੀ ਪਾਰਟੀ ਸਿਮਰਜੀਤ ਮਾਨ ਦੀ ਜਿੱਤ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਲੋਕਾਂ ਨੇ ਕਿਉਂ ਫਤਵਾ ਦਿੱਤਾ ਉਹਨਾਂ ਨੂੰ? ਨਹੀਂ, ਮੈਂ ਉਹ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆ ਉਹਦੇ ਤੇ ਅਸੀਂ ਸਿਰ ਝੁਕਾਉਂਦੇ ਆ। ਮੈਂ ਹੁਣ ਉਸ ਤੇ ਕੋਈ ਕਮੈਂਟ ਅੱਜ ਦੀ ਡੇਟ 'ਚ ਕਰਨਾ ਨਹੀਂ। ਜੋ ਲੋਕਾਂ ਦਾ ਫਤਵਾ ਹੈ ਆਮ ਆਦਮੀ ਪਾਰਟੀ ਉਹਦਾ ਸਤਿਕਾਰ ਸਾਹਿਬ ਕਿਤੇ ਲੱਗਦਾ ਹੈ ਕਿ ਓਵਰ ਕੌਨਫੀਡੈਂਟ ਲੈ ਗਿਆ, ਕਿਉਂਕਿ ਹਰਪਾਲ ਜੀ ਬਾਅਦ ਲਿਖ ਕੇ ਦਿੰਦੇ ਨੇ। ਨਹੀਂ, ਐਸਾ ਗਗਨ ਅਨਮੋਲ ਮਾਨ ਕਹਿੰਦੇ ਨੇ ਕਿ ਸਾਰੀ ਸੀਟਾਂ ਹਾਰ ਸਕਦੇ ਨੇ, ਸੰਗਰੂਰ ਵੀ ਹਾਰ ਸਕਦੇ ਨੇ। ਓਵਰ ਕੌਨਫੀਡੈਂਟ ਲੈ ਗਿਆ। ਸਿਆਸੀ ਰਾਜਧਾਨੀ ਆਮ ਆਦਮੀ ਪਾਰਟੀ ਦੀ ਸੰਗਰੂਰ। ਡੈਫੀਨੇਟਲੀ ਮੈਂ ਤਾਂ ਹੀ ਕਿਹਾ ਹੈ ਵੀ ਦੇਖੋ 37% ਵੋਟ ਜਿਹੜਾ ਆ ਪਿਛਲੀ ਵਾਰ ਸਾਡੇ ਹੱਕ 'ਚ ਰਿਹਾ ਸੰਗਰੂਰ, ਔਰ ਜਿਹੜਾ ਵੋਟਿੰਗ ਪਰਸੈਂਟ ਸੀਗਾ ਪਿਛਲੀ ਵਾਰ ਜਿਹੜਾ ਵੋਟਿੰਗ ਪੋਲ ਹੋਇਆ ਉਹ 26% ਘੱਟ ਹੋਇਆ। ਇਸ ਵਾਰ ਸਾਡੀ ਵੋਟਿੰਗ ਪਰਸੈਂਟ 2% ਘਟਿਆ, 37 ਤੋਂ 35 ਦੇ ਕਰੀਬ ਆ ਗਿਆ। ਥੋੜਾ ਬਹੁਤ ਉਹਦੇ 'ਚ ਫਰਕ ਹੈ, ਤਕਰੀਬਨ 34.9 ਕੁਛ ਹੈ। ਸੋ ਡੈਫੀਨੇਟਲੀ ਇਹ ਜਿਹੜਾ ਵੀ ਕਮੀ ਰਹੀ ਆ ਉਹਦੇ 2-3 ਕਾਰਨ ਤੇ ਇਹੀ ਆ, ਘੱਟ ਵੋਟ ਪਰਸੈਂਟ ਹੋਣਾ, ਪੈਡੀ ਸੀਜ਼ਨ ਦਾ ਪੀਕ ਤੇ ਹੋਣਾ। ਇਸ ਤੋਂ ਇਲਾਵਾ ਵੀ ਜੇ ਕੋਈ ਲੱਗਦਾ ਹੋਊਗਾ ਪਾਰਟੀ ਦੇ ਜਥੇਬੰਦੀ ਦੇ ਲੈਵਲ ਤੇ ਜਾਂ ਕੋਈ ਜਿਹੜੀ ਤਰ੍ਹਾਂ ਤੁਸੀਂ ਗੱਲ ਕਹੀ, ਉਹ ਪਾਰਟੀ ਉਸ ਚੀਜ਼ ਦੀ ਸਮੀਖਿਆ ਕਰੂਗੀ ਔਰ ਉਸ ਤੋਂ ਬਾਅਦ ਹੀ ਉਹਦੇ ਤੇ ਕੋਈ ਗੱਲ ਰੱਖੀ ਜਾਊਗੀ। ਨਹੀਂ ਦੇਖੋ, ਉਹ ਤੇ ਬੜੀ ਦਰਦਨਾਕ ਮੌਤ ਹੋਈ ਆ ਆਲਰੇਡੀ, ਉਹਦੇ ਤੇ ਸਾਰੀ ਕਾਰਵਾਈ ਵੀ ਸੰਜੀਦਗੀ ਨਾਲ ਚੱਲ ਰਹੀ ਹੈ ਔਰ ਅਸੀਂ ਤੇ ਇਹ ਗੱਲ ਕਹਿੰਦੇ ਨਹੀਂ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹਾਲਾਂਕਿ ਇਹ ਕੋਈ ਪੰਜਾਬ 'ਚ ਪਹਿਲੀ ਘਟਨਾ ਨਹੀਂ ਹੋਈ ਸੀ, ਲੇਕਿਨ ਇਹ ਘਟਨਾ ਨਹੀਂ ਹੋਣੀਆਂ ਚਾਹੀਦੀਆਂ। ਇਸ ਕਰਕੇ ਹੀ ਮਾਨ ਸਾਹਿਬ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੀ ਜਿਹੜੀ ਹੈ ਸਥਾਪਨਾ ਕੀਤੀ ਔਰ ਇਹਦੇ ਤੇ ਜਿਹੜੇ ਮੇਨ ਮਾਸਟਰ ਮਾਈਂਡ ਹੈ, ਚਾਹੇ ਪਟਿਆਲੇ ਦੀ ਗੱਲ ਕਰ ਲਓ ਜਾਂ ਸਿੱਧੂ ਸਾਹਿਬ ਦੇ ਮੌਤ ਦੀ ਗੱਲ ਕਰ ਲਓ, ਉਹਨਾਂ ਨੂੰ ਅਰੈਸਟ ਵੀ ਕੀਤਾ, ਰਿਮਾਂਡ ਤੇ ਵੀ ਲੈ ਗਿਆ। ਸਰਕਾਰ ਉਸ ਚੀਜ਼ ਦਿਸ਼ਾ 'ਚ ਬਹੁਤ ਜਿਹੜੀ ਗੰਭੀਰਤਾ ਨਾਲ ਕੰਮ ਕਰ ਰਹੀ। ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਤੇ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਮੈਨੂੰ ਲੱਗਦਾ ਉੱਤੇ ਠੱਲ ਪਊ। ਬੀਜੇਪੀ ਨੇ ਮੋਰਲ ਗਰਾਊਂਡ ਤੇ ਅਸਤੀਫਾ ਮੰਗਿਆ ਦੇਖੋ, ਮੈਨੂੰ ਨਹੀਂ ਲੱਗਦਾ ਬੀਜੇਪੀ ਦਾ ਆਪਣਾ ਕੀ ਮੋਰਲ ਗਰਾਊਂਡ ਹੈ। ਜਿਹੜੇ ਆਪ ਉੱਥੇ ਖਰੀਦਾ ਫਰੋਖਤ 'ਚ ਲੱਗੇ ਹੋਏ ਆ ਮਹਾਰਾਸ਼ਟਰ 'ਚ ਇੱਕ ਚੁਣੀ ਹੋਈ ਸਰਕਾਰ ਨੂੰ, ਸੋ ਔਰ ਜਿਨ੍ਹਾਂ ਦੀਆਂ ਸੰਗਰੂਰ ਦੇ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾਤੀਆਂ, ਇਹ ਕਿੱਥੋਂ ਇਹਨਾਂ ਦੀ ਇਹ ਆਪਣੀ ਜ਼ਮੀਨ ਕਿੱਥੋਂ ਤਲਾਸ਼ ਰਹੇ ਆ ਨਾ। ਇਹਨਾਂ ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ ਜਾਂ ਕਾਂਗਰਸ ਹੈ,
ਇਹਨਾਂ ਦਾ ਤੇ ਜ਼ਮਾਨਤਾਂ ਜ਼ਬਤ ਹੋਈਆਂ ਨਾ। ਸੋ ਇਹ ਤੇ ਕਿਸੇ ਪਾਸੋਂ ਨਾ ਇਹ ਸੋਚਣ ਵੀ ਕੋਈ ਲੋਕਾਂ ਵੱਲੋਂ ਇਹਨਾਂ ਨੂੰ ਕੋਈ ਹੁੰਗਾਰਾ ਮਿਲਿਆ ਜਾਂ ਇਹਨਾਂ ਦੀ ਕੋਈ ਸਥਿਤੀ ਇੰਪਰੂਵ ਹੋਈ ਆ, ਉਹਦੇ 'ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਚਾਂਸ ਹੀ ਨਹੀਂ ਆ। ਆਮ ਆਦਮੀ ਪਾਰਟੀ ਦੀ ਗੱਲ ਮੈਂ ਸਾਰੀ ਰੱਖਤੀ ਕਿ 2% ਸਾਡਾ ਵੋਟ ਪਿਛਲੀ ਵਾਰ ਨਾਲੋਂ ਘਟਿਆ ਹੈ, ਤੇ ਇਹਦੇ 'ਚ ਹੋਰ ਬਿਹਤਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਪਾਰਟੀ ਉਸ 'ਤੇ ਡਿਟੇਲ 'ਚ ਜਿੱਤ ਦੇ ਕਰੀਬ ਕਿਤੇ ਸਿਮਰਜੀਤ ਮਾਨ ਆਉਂਦੇ ਨੇ ਔਰ 1 ਘੰਟੇ ਦੇ ਵਿੱਚ YouTube ਤੋਂ ਗਾਣਾ ਜਿਹੜਾ ਹੈ ਸਿੱਧੂ ਮੂਸੇਵਾਲੇ ਦਾ ਹਟਦਾ ਹੈ, ਬੈਨ ਹੁੰਦਾ ਹੈ, ਕਹਿੰਦੇ ਸਰਕਾਰ ਦੀ ਕੰਪਲੇਂਟ ਤੇ ਗਾਣਾ ਹਟਿਆ। ਇਹਨੂੰ ਕਿਸ ਨਜ਼ਰੀਏ ਨਾਲ ਨਹੀਂ, ਮੈਨੂੰ ਉਹਦੇ ਬਾਰੇ ਸਵਾਲ ਉਹਦੇ ਤੇ ਵੀ ਚੱਕੇ ਜਾ ਰਹੇ। ਮੈਨੂੰ ਇਹਦੇ ਬਾਰੇ ਕੋਈ ਇਹਦੇ ਹਜੇ ਜਾਣਕਾਰੀ ਨਹੀਂ ਹੈ। ਤੁਸੀਂ ਦੱਸ ਰਹੇ ਹੋ, ਮੈਂ ਅਥੈਂਟਿਕ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਉਹਦੇ ਬਾਰੇ। ਕੋਈ ਗੱਲ ਪਤਾ ਹੋਊਗੀ ਅਥੈਂਟਿਕ ਫਿਰ ਮੈਂ ਕਮੈਂਟ ਕਰ ਸਕਦਾ। ਹੁਣ ਤੁਹਾਡੇ ਨਾਲ ਰੂਬਰੂ ਹੋਣ ਦਾ ਮਕਸਦ ਸਿਰਫ ਤੇ ਸਿਰਫ ਸੰਗਰੂਰ ਦੇ ਜਿਹੜੇ ਰਿਜ਼ਲਟ ਆਏ ਆ ਉਹਦੇ ਬਾਰੇ। ਬਹੁਤ ਬਹੁਤ ਧੰਨਵਾਦ। ਇਹਨੂੰ ਲੈ ਕੇ ਚਿੰਤਨ ਸ਼ਿਵਨ ਹੋਊਗਾ ਕਿਤੇ ਨਾ ਕਿਤੇ, ਕਿਉਂਕਿ ਇੱਕ Sorry? ਮੌਜੂਦਾ ਸਰਕਾਰ ਹੋਣਾ, ਚਿੰਤਨ ਸ਼ਿਵਨ ਹੋਊਗਾ ਇਹਨੂੰ ਲੈ ਕੇ, ਕਿਉਂਕਿ ਮੌਜੂਦਾ ਸਰਕਾਰ ਹੋਣਾ ਸੁਭਾਵਿਕ ਨਹੀਂ। ਦੇਖੋ, ਇੱਕ ਜਿਹੜਾ ਜ਼ਿੰਮੇਵਾਰ ਰਾਜਨੀਤਿਕ ਦਲ ਹੈ, ਕੋਈ ਪਾਰਟੀ ਹੈ, ਔਰ ਪਾਰਟੀਆਂ ਇੱਕ ਹਾਰ ਜਿੱਤ ਤੋਂ ਬੈਕਫੁੱਟ ਤੇ ਨਹੀਂ ਚਲੇ ਜਾਂਦੀਆਂ ਜਾਂ ਖਤਮ ਨਹੀਂ ਹੋ ਜਾਂਦੀਆਂ, ਲੇਕਿਨ ਨੋ ਡਾਊਟ 2% ਜਿਹੜਾ ਵੋਟ ਸਾਡਾ ਘਟਿਆ ਜਾਂ ਸਾਡੀ ਜਿਹੜੀ ਹਾਰ ਹੋਈ ਹੈ ਉਹਦੇ ਬਾਰੇ ਜ਼ਰੂਰ ਇੱਕ ਜ਼ਿੰਮੇਵਾਰ ਰਾਜਨੀਤਿਕ ਦਲ ਸਮੀਖਿਆ ਕਰੂਗਾ। ਉਹ ਕਰਦੇ ਆ, ਅਸੀਂ ਜਿੱਤ ਤੋਂ ਬਾਅਦ ਵੀ ਕਰਦੇ ਆ ਤੇ ਹਾਰਨ ਤੋਂ ਬਾਅਦ ਵੀ ਕਰਾਂਗੇ, ਕੋਈ ਨੋ ਡਾਊਟ, ਔਰ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ।